ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਜਿੱਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਾਂਵ ਚਰਨ ਟਿਕਾਏ ਤੇ ਪੌਂਟਾ ਉਸ ਦਾ ਨਾਮ ਪੌਂਟਾ ਸਾਹਿਬ ਰੱਖਿਆ ਗਿਆ। ਇਸ ਅਸਥਾਨ ਤੇ ਬੇਅੰਤ ਜੋਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕੀਤੇ। ਨੰਦੌਣ ਦਾ ਜਿਹੜਾ ਜੰਗ ਫਤਿਹ ਕੀਤਾ ਸਤਿਗੁਰੂ ਪਾਤਸ਼ਾਹ ਨੇ, ਉਹ ਵੀ ਇਸ ਪਾਵਨ ਧਰਤੀ ਤੇ ਜਦੋਂ ਜੰਗ ਜਿੱਤ ਕੇ ਆਏ ਨੇ, ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਜੰਗ ਜਿੱਤਣ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਨਾਮ ਹੀ ਅਜੀਤ ਸਿੰਘ ਰੱਖਿਆ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਉਸ ਅਸਥਾਨ ਤੇ ਸਤਿਗੁਰਾਂ ਨੇ 52 ਕਵੀ ਰੱਖੇ, ਦਸਤਾਰਾਂ ਦੇ ਦੁਮਾਲਿਆਂ ਦੇ ਸਤਿਗੁਰੂ ਪਾਤਸ਼ਾਹ ਉਥੇ ਮੁਕਾਬਲੇ ਕਰਵਾਇਆ ਕਰਦੇ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵਧੀਕ ਜਿਹੜੀ ਬਹੁਤ ਸਾਰੀ ਬਾਣੀ ਉਥੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਮਨਾ ਦੇ ਕਿਨਾਰੇ ਇਕਾਂਤ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਤੇ ਲਿਖਣਾ ਕੀਤੀ। ਉਹ ਜਿਹੜਾ ਪਾਵਨ ਪਵਿੱਤਰ ਅਸਥਾਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਇਹ ਦੋ ਉਸ ਵੇਲੇ ਦੇ ਗੁਰਦਿਆਲ ਅਤੇ ਬਲਦੇਵ ਨਾਮ ਦੇ ਮਹੰਤਾਂ ਦੇ ਹੱਥ ਵਿੱਚ ਆਇਆ ਹੋਇਆ ਸੀ। ਜਿੰਨੇ ਸੰਗਤਾਂ ਦੀ ਆਮਦ ਸੀ ਉੱਥੇ, ਜਿੰਨਾ ਸੰਗਤਾਂ ਦਾ ਚੜਾਵਾ ਸੀ, ਬਾਕੀ 600 ਬਿੱਘਾ ਜਿਹੜੀ ਜ਼ਮੀਨ ਸੀ ਪੌਂਟਾ ਸਾਹਿਬ ਦੀ, ਇਹ ਸਾਰੀ ਜਿਤਨੀ ਵੀ ਰਕਮ ਸੀ ਇਹ ਦੋਵੇਂ ਮਹੰਤ ਰਲ ਮਿਲ ਕਰਕੇ ਖਾਂਦੇ ਸਨ ਤੇ ਪਰਿਵਾਰਾਂ ਦੀ ਪਾਲਣਾ ਵਿੱਚ ਲੱਗੇ ਸਨ। ਨਾਲ ਕੁਕਰਮ ਕਰਨੇ, ਬਦਫੈਲੀਆਂ ਕਰਨੀਆਂ। ਗੁਰੂ ਕੀਆਂ ਪਿਆਰੀਆਂ ਸੰਗਤਾਂ ਨੂੰ ਕਦਾਚਿਤ ਵੀ ਇਹ ਬਰਦਾਸ਼ਤ ਨਹੀਂ ਸੀ। ਪੌਂਟਾ ਸਾਹਿਬ ਉਸ ਨਗਰ ਦੀਆਂ ਸੰਗਤਾਂ, ਇਲਾਕੇ ਦੀਆਂ ਤਮਾਮ ਸੰਗਤਾਂ, ਜਿਨ੍ਹਾਂ ਨੇ ਇਹਨਾਂ ਮਹੰਤਾਂ ਦੇ ਕੁਕਰਮ ਸੁਣੇ, ਹਿਰਦੇ ਉਹਨਾਂ ਦੇ ਕੰਬ ਉੱਠੇ ਸਨ। ਸਤਿਗੁਰੂ ਪਾਤਸ਼ਾਹ ਨੂੰ ਆਰਾਧਨਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਪਾਵਨ ਪਵਿੱਤਰ ਅਸਥਾਨਾਂ ਤੇ ਨਤਮਸਤਕ ਹੋ ਕਰਕੇ ਅਰਦਾਸ ਕੀਤੀ ਹੈ ਤੇ ਫਿਰ ਪੰਜਾਬ ਦੀ ਧਰਤੀ ਵੱਲ ਆਏ ਨੇ। ਉਸ ਵੇਲੇ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ, ਮੁਖੀ ਮਿਸ਼ਲ ਸ਼ਹੀਦਾਂ ਤਰਨਾ ਦਲ, ਇਹਨਾਂ ਮਹਾਂਪੁਰਖਾਂ ਦੇ ਕੋਲ ਆ ਕਰਕੇ ਸੰਗਤਾਂ ਨੇ ਬੇਨਤੀਆਂ ਕੀਤੀਆਂ ਤੇ ਜਦੋਂ ਬੇਨਤੀਆਂ ਕਰ ਰਹੇ ਸਨ, ਨੇਤਰਾਂ ਚੋਂ ਬਰਾਗ ਦੇ ਆਂਸੂ ਸੰਗਤਾਂ ਦੇ ਡਿੱਗ ਰਹੇ ਸਨ। ਹਿਰਦੇ ਬਲੂੰਦਰੇ ਪਏ ਸਨ ਅੰਦਰੋਂ ਤੇ ਕਿਹਾ, ਮਹਾਂਪੁਰਖੋ, ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਇਹਦੇ ਉੱਤੇ ਮਹੰਤਾਂ ਨੇ ਕਬਜ਼ਾ ਕਰ ਰੱਖਿਆ, ਗੁਰੂ ਕੀ ਮਾਇਆ ਦੀ ਦੁਰਵਰਤੋਂ ਕਰਦੇ ਨੇ। ਕਿਰਪਾ ਕਰੋ, ਕੋਈ ਐਸਾ ਉਪਰਾਲਾ ਹੋਣਾ ਚਾਹੀਦਾ ਜਿਸ ਦੇ ਸਦਕਾ ਮਹੰਤਾਂ ਤੋਂ ਸਥਾਨ ਜਿਹੜਾ ਆਜ਼ਾਦ ਹੋ ਜਾਵੇ। ਉਸ ਵੇਲੇ ਸੰਤ ਬਾਬਾ ਹਰਭਜਨ ਸਿੰਘ ਜੀ ਨੇ ਸੰਗਤਾਂ ਦੀ ਜਦੋਂ ਬੇਨਤੀ ਸੁਣੀ, ਕਿਉਂਕਿ ਜਿਹੜਾ ਕੋਈ ਨਾਮ ਸਿਮਰਨ ਕਮਾਈ ਕਰਦਾ ਤੇ ਉਹਨਾਂ ਕੋ ਹਿਰਦਾ ਕੋਮਲ ਹੋ ਜਾਂਦਾ। ਸਤਿਗੁਰੂ ਦੇ ਅਸਥਾਨਾਂ ਦੀ ਵਿਥਿਆ ਸੁਣ ਕੇ ਮਹਾਂਪੁਰਖਾਂ ਦੇ ਵੀ ਨੇਤਰਾਂ 'ਚੋਂ ਜਲ ਦੀਆਂ ਧਾਰਾਂ ਵਗੀਆਂ। ਕਹਿਣ ਲੱਗੇ, ਆਪਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਗਿਆ ਲੈ ਕੇ, ਹੁਕਮਨਾਮਾ ਲੈ ਕੇ ਫਿਰ ਇਸ ਕਾਰਜ ਦੇ ਵਾਸਤੇ ਆਰੰਭਤਾ ਕਰਾਂਗੇ, ਚਾਲੇ ਪਾਵਾਂਗੇ। 1964 ਦਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਮੁੱਚੇ ਖਾਲਸੇ ਪੰਥ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਹੋਲੇ ਮਹੱਲੇ ਤੋਂ ਦੂਸਰੇ ਦਿਨ ਗੁਰਦੁਆਰਾ ਅਜੀਤਗੜ੍ਹ ਸਾਹਿਬ, ਜਿਹੜੀ ਅੱਜ ਮਿਸ਼ਲ ਸ਼ਹੀਦਾਂ ਤਰਨਾ ਦਲ ਦੀ ਛਾਉਣੀ ਹੈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ, ਇੱਥੇ ਸੰਤ ਬਾਬਾ ਹਰਭਜਨ ਸਿੰਘ ਜੀ ਉਸ ਵੇਲੇ ਮੌਜੂਦਾ ਮੁਖੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕਰਕੇ ਗਲ ਵਿੱਚ ਪੱਲਾ ਪਾ ਕੇ ਨਾਲ ਸੰਗਤਾਂ ਨੂੰ ਲਿਆ ਹੈ, ਅਰਦਾਸਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਜਿੱਥੇ ਬੇਅੰਤ ਚੋਜ ਆਪ ਜੀ ਨੇ ਕੀਤੇ ਹਨ ਪੌਂਟਾ ਸਾਹਿਬ ਦੇ, ਉਹਨਾਂ ਸਥਾਨਾਂ ਦਾ ਪ੍ਰਬੰਧ ਕੁਕਰਮੀਆਂ ਦੇ ਹੱਥਾਂ ਵਿੱਚ ਆ ਚੁੱਕਿਆ ਹੈ। ਬਦ ਫੈਲੀਆਂ ਹੋ ਰਹੀਆਂ, ਗੁਰ ਅਸਥਾਨਾਂ ਦੇ ਨਿਰਾਦਰ ਹੋ ਰਹੇ ਨੇ।
ਮਹਾਰਾਜ ਕਿਰਪਾ ਕਰੋ ਖਾਲਸਾ ਪੰਥ ਨੂੰ ਤੇ ਸਿੰਘਾਂ ਦੇ ਅੰਦਰ ਐਸਾ ਬਲ ਬਖਸ਼ੋ ਤਾਂ ਕਿ ਆਪ ਜੀ ਦੇ ਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾ ਸਕੀਏ। ਸਤਿਗੁਰੂ ਪਾਤਸ਼ਾਹ ਦੇ ਸਨਮੁਖ ਅਰਦਾਸ ਕੀਤੀ ਹੈ, ਹੁਕਮਨਾਮਾ ਲਿਆ ਗਿਆ। ਉਸ ਵੇਲੇ ਫਿਰ ਆਪਣੇ ਨਾਲ ਮਹਾਂਪੁਰਖਾਂ ਨੇ ਬੇਅੰਤ ਸਿੰਘਾਂ ਦਾ ਜਿਹੜਾ ਜਥਾ ਲੈ ਕਰਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਉਸ ਪਾਵਨ ਅਸਥਾਨ ਪਾਉਂਟਾ ਸਾਹਿਬ ਦੇ ਵੱਲ ਨੂੰ ਚਾਲੇ ਪਾ ਦਿੱਤੇ। ਘੋੜਿਆਂ ਤੇ ਸਵਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਜਿੰਨੀਆਂ ਰਸਦਾਂ ਵਸਤਾਂ ਸੀ ਗੱਡਿਆਂ ਵਿੱਚ ਲੱਦ ਕਰਕੇ ਇੱਥੋਂ ਭੱਠਾ ਸਾਹਿਬ ਰੋਪੜ ਦੇ ਰਸਤੇ ਹੁੰਦਿਆਂ ਹੋਇਆਂ ਪਾਉਂਟਾ ਸਾਹਿਬ ਦੇ ਵੱਲ ਨੂੰ ਤੁਰੇ ਨੇ। ਜਿਸ ਵੇਲੇ ਹਰਿਆਣਾ ਤੇ ਹਿਮਾਚਲ ਦੀ ਹੱਦ ਕਾਲੇ ਅੰਬ ਵਿਖੇ ਪੈਂਦੀ ਹੈ, ਉਹਨਾਂ ਮਹੰਤਾਂ ਨੂੰ ਖਬਰਾਂ ਮਿਲੀਆਂ ਵੀ ਗੁਰੂ ਕੀਆਂ ਫੌਜਾਂ ਨਿਹੰਗ ਸਿੰਘ ਆ ਰਹੇ ਹਨ, ਕਿਉਂਕਿ ਪਾਪੀ ਬੰਦੇ ਨੂੰ ਅੰਦਰੋਂ ਕੀਤੇ ਹੋਏ ਪਾਪ ਉਹ ਕਾਂਬਾ ਛੇੜ ਦਿੰਦੇ ਨੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਬਣ ਜਾਂਦੇ ਨੇ। ਉਹਨਾਂ ਦੇ ਪਾਪਾਂ ਨੇ ਅੰਦਰੋਂ ਕਾਂਬਾ ਛੇੜਿਆ, ਪ੍ਰਸ਼ਾਸਨ ਦੇ ਤੱਕ ਪਹੁੰਚ ਕੀਤੀ ਹੈ ਤੇ ਉਸ ਵੇਲੇ ਗੁਰੂ ਕੀਆਂ ਫੌਜਾਂ ਨੂੰ ਕਾਲੇ ਅੰਬ ਵਿਖੇ ਬਾਰਡਰ ਦੇ ਉੱਤੇ ਰੋਕਿਆ ਗਿਆ। ਬੜੀ ਜਿੱਦ ਕੀਤੀ ਪ੍ਰਸ਼ਾਸਨ ਨੇ ਕਿ ਤੁਹਾਨੂੰ ਅੱਗੇ ਹਿਮਾਚਲ ਦੇ ਅੰਦਰ ਪਾਉਂਟਾ ਸਾਹਿਬ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਥੇ ਬਗਾਵਤ ਹੋ ਸਕਦੀ, ਇਉਂ ਹੋ ਸਕਦਾ, ਜਿਉਂ ਹੋ ਸਕਦਾ ਹੈ। 2-3 ਘੰਟੇ ਦੀ ਲੰਬੀ ਬਹਿਸ ਕਰਨ ਤੋਂ ਬਾਅਦ ਫਿਰ ਪ੍ਰਸ਼ਾਸਨ ਨੂੰ ਮੰਨਣਾ ਪਿਆ ਕਿ ਗੁਰੂ ਦੇ ਸਿੱਖ ਨੂੰ ਗੁਰਸਥਾਨਾਂ ਤੋਂ ਜਾਣ ਵਾਸਤੇ ਤੇ ਕੋਈ ਵੀ ਰੋਕ ਨਹੀਂ ਸਕਦਾ ਹੈ। ਮਹਾਂਪੁਰਖ ਕਹਿੰਦੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨਾਂ ਤੇ ਜਾਣਾ, ਨਤਮਸਤਕ ਹੋਣਾ ਹੈ ਤੇ ਇਸ ਲਈ ਸਾਨੂੰ ਜਾਣ ਤੋਂ ਨਾ ਰੋਕਿਆ ਜਾਵੇ। ਪ੍ਰਸ਼ਾਸਨ ਸਹਿਮਤ ਹੋਇਆ। ਜਿਸ ਵੇਲੇ ਹਿਮਾਚਲ ਦੇ ਅੰਦਰ ਪ੍ਰਵੇਸ਼ ਕੀਤੇ ਨੇ ਤੇ ਮਹੰਤਾਂ ਨੂੰ ਪਤਾ ਲੱਗਿਆ ਵੀ ਕਾਲੇ ਅੰਬ ਤੋਂ ਅੱਗੇ ਫੌਜਾਂ ਪਹੁੰਚ ਚੁੱਕੀਆਂ ਨੇ। ਫਿਰ ਵੱਡੀਆਂ ਦੇ ਕੇ, ਰਿਸ਼ਵਤਾਂ ਦੇ ਕਰਕੇ ਸਰਕਾਰੀ ਅਦਾਰਿਆਂ ਵਿੱਚ ਡੀਸੀ ਸਨ ਉਸ ਵੇਲੇ ਦੇ, ਐਸਐਸਪੀ ਜਿਹੜੇ ਨਿਯੁਕਤ ਕੀਤੇ ਸੀ, ਮਾਇਆ ਦੇ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਪਾਉਂਟਾ ਸਾਹਿਬ ਨਗਰੀ ਦੇ ਅੰਦਰ ਕੋਈ ਬੰਦਾ ਦਾਖਲ ਨਹੀਂ ਹੋਣ ਦੇਣਾ। ਫਿਰ ਉੱਥੇ ਨਾਕੇਬੰਦੀਆਂ ਕੀਤੀਆਂ, ਨਗਰ ਦੀ ਘੇਰਾਬੰਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ। ਰਸਤੇ ਵਿੱਚ ਫਿਰ ਸਿੰਘਾਂ ਨੂੰ ਮਹਾਂਪੁਰਖਾਂ ਦੇ ਸਮੇਤ ਕਾਫਲੇ ਨੂੰ ਰੋਕਿਆ ਗਿਆ ਤੇ ਫਿਰ ਉੱਥੇ ਸਿੰਘਾਂ ਮਹਾਂਪੁਰਖਾਂ ਕਿਹਾ, ਕੁਝ ਵੀ ਕਿਉਂ ਨਾ ਹੋ ਜਾਵੇ, ਭੁੱਖੇ ਬੈਠ ਜਾਵਾਂਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਪਹੁੰਚਣਾ ਹੈ। ਫਿਰ ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮਹਾਨਤਾਂ ਨਾਲ ਰਾਬਤਾ ਕਾਇਮ ਕੀਤਾ ਕਿ ਇਹ ਗੁਰੂ ਕੀਆਂ ਫੌਜਾਂ ਕਹਿੰਦੀਆਂ ਅਰਦਾਸੇ ਕਰਕੇ ਤੁਰੇ ਹਾਂ, ਅਰਦਾਸ ਕਰਕੇ ਤੁਰੇ ਹਾਂ, ਸਿਰ ਚਲਿਆ ਜਾਵੇ, ਗੁਰੂ ਦੇ ਸਥਾਨਾਂ ਤੇ ਜ਼ਰੂਰ ਦਰਸ਼ਨ ਕਰਨ ਵਾਸਤੇ ਪਹੁੰਚਾਂਗੇ। ਫਿਰ ਮਹੰਤਾਂ ਨੂੰ ਉਸ ਵੇਲੇ ਜਿਹੜੇ ਪ੍ਰਸ਼ਾਸਨ ਵਾਲੇ ਸੀ ਕਹਿਣ ਲੱਗੇ, ਇਹਨਾਂ ਨੂੰ ਪਾਉਂਟਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਤੱਕ ਆਉਣ ਦੀ ਆਗਿਆ ਦਿੱਤੀ ਜਾਵੇ। ਦਰਸ਼ਨੀ ਡਿਓੜੀ ਦੇ ਬਾਹਰ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਹੋਵੇਗਾ, ਅਸੀਂ ਹਾਲਾਤ ਨੂੰ ਕਾਬੂ ਵਿੱਚ ਰੱਖਾਂਗੇ ਤੇ ਅੰਦਰਲੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਆਪਣੇ ਮਨੁੱਖ ਮਹੰਤਾਂ ਨੂੰ ਕਹਿਣ ਲੱਗੇ ਕਿ ਦਰਸ਼ਨੀ ਡਿਓੜੀ ਵਿੱਚ ਬਿਠਾ ਦਿਓ। ਸੋ ਬੜਾ ਲੰਬਾ ਐਸਾ ਇਤਿਹਾਸ ਹੈ। ਉਸ ਵੇਲੇ ਫਿਰ ਜਦੋਂ ਸਾਧ ਸੰਗਤ ਜੀ ਮਹਾਂਪੁਰਖ ਜੱਥਾ ਲੈ ਕਰਕੇ ਪਾਉਂਟਾ ਸਾਹਿਬ ਦੇ ਪਾਵਨ ਸਥਾਨ ਤੇ ਪਹੁੰਚੇ ਨੇ, ਦਰਸ਼ਨੀ ਡਿਓੜੀ ਦੇ ਰਾਹੀਂ ਅੰਦਰ ਸਿੰਘਾਂ ਨੂੰ ਲੈ ਕਰਕੇ ਦਾਖਲ ਹੋਏ। ਜਾ ਕੇ ਵੇਖਿਆ, ਪਹਿਲਾਂ ਤੇ ਸੁਣਿਆ ਸੀ ਸੰਗਤਾਂ ਕੋਲੋਂ, ਸਿੱਖਾਂ ਕੋਲੋਂ, ਭਾਵਨਾ ਵਾਲਿਆਂ ਕੋਲੋਂ ਕਿ ਆਹ ਕਰਮ ਜਿਹੜੇ ਕੁਕਰਮ ਉੱਥੇ ਕਮਾਏ ਜਾਂਦੇ, ਅੱਜ ਅੱਖਾਂ ਨਾਲ ਵੇਖ ਕਰਕੇ ਮਨ ਬੜਾ ਉੱਥੇ ਬੇਚੈਨ ਹੋਇਆ। ਫਿਰ ਸਿੰਘਾਂ ਨੇ ਗੁਰਮਤਾ ਕੀਤਾ ਮਹਾਂਪੁਰਖਾਂ ਨਾਲ ਸਾਰਿਆਂ ਇਕੱਠਿਆਂ ਹੋ ਕਰਕੇ ਕਿ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾ ਕਰਕੇ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਜਾਵੇ। 101 ਅਖੰਡ ਪਾਠ ਸਾਹਿਬ ਇੱਥੇ ਆਰੰਭ ਕਰਾਂਗੇ। ਇੱਕ ਦਾ ਭੋਗ ਪੈ ਜਾਇਆ ਕਰੇਗਾ, ਦੂਸਰਾ ਆਰੰਭ ਹੋ ਜਾਵੇਗਾ ਤੇ ਨਾਲੇ ਤੇ ਗੁਰੂ ਸਾਹਿਬ ਦਾ ਆਦਰ ਸਤਕਾਰ ਜਿਹੜਾ ਸੰਗਤਾਂ ਵਿੱਚ ਕਾਇਮ ਰਹੇਗਾ।
ਤੇ ਨਾਲੇ ਮਹਾਨਤਾ ਨੂੰ ਪਤਾ ਲੱਗ ਜਾਵੇਗਾ ਵੀ ਗੁਰ ਸਥਾਨਾਂ ਦੀ ਸੇਵਾ ਕਿਵੇਂ ਕਰੀਦੀ ਹੈ। ਅਖੰਡ ਪਾਠ ਸਾਹਿਬ ਜਪਜੀ ਸਾਹਿਬ ਦੀ ਬਾਰਣੀ ਸਮੇਤ ਉੱਥੇ ਆਰੰਭ ਕੀਤੇ ਗਏ। ਜਾਪੀਏ ਲੱਗੇ ਨੇ, ਧੂਫੀਏ ਲਾਏ ਗਏ, ਲਾਂਗਰੀ ਸਿੰਘ ਲਾਏ ਗਏ। ਸਾਰੇ ਜਦੋਂ ਸਾਧ ਸੰਗਤ ਜੀ ਸਿੰਘਾਂ ਨੇ ਇਕੱਤਰ ਹੋ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ। ਅੱਜ ਦਾ ਜਿਹੜਾ ਇਹ ਦਿਹਾੜਾ 22 ਮਈ ਦਾ ਆਉਂਦਾ ਹੈ, ਅੱਜ ਦੇ ਦਿਨ 22 ਅਖੰਡ ਪਾਠ ਸਾਹਿਬਾਂ ਦੇ ਭੋਗ ਅੰਮ੍ਰਿਤ ਵੇਲੇ ਪੈ ਚੁੱਕੇ ਸਨ ਤੇ ਜਦੋਂ 23ਵਾਂ ਅਖੰਡ ਪਾਠ ਸਾਹਿਬ ਅਰਦਾਸ ਕਰਕੇ ਪੌਂਟਾ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਦੇ ਵਿੱਚ ਆਰੰਭ ਕੀਤਾ ਗਿਆ। ਇਹ ਅਖੰਡ ਪਾਠ ਸਾਹਿਬ ਦੀ ਪਾਵਨ ਬਾਣੀ ਗ੍ਰੰਥੀ ਸਿੰਘ ਮਾਝ ਰਾਗ ਦੇ ਵਿੱਚ ਲੈ ਗਏ ਸਨ ਤੇ ਉਸ ਵੇਲੇ ਫਿਰ ਇਹਨਾਂ ਨੇ ਜਿਹੜਾ ਆਪਣਾ ਕੁਕਰਮ ਕਮਾਉਣਾ ਕੀਤਾ। ਮਹਾਨਤਾ ਨੇ ਪਹਿਲਾਂ ਮਹਾਂਪੁਰਖਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਪੁਲਿਸ ਦੇ ਹਵਾਲੇ। ਬਾਕੀ ਚੋਣਵੇਂ ਕੁਝ ਸਿੰਘਾਂ ਨੂੰ ਵੀ ਮਹਾਂਪੁਰਖਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਬਾਕੀ ਸਿੰਘ ਸਾਰੇ ਮਹਾਂਪੁਰਖਾਂ ਕਹਿ ਦਿੱਤਾ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਨੇ। ਅਖੰਡ ਪਾਠ ਸਾਹਿਬ ਦੀ ਅਖੰਡਤਾ ਜਿਹੜੀ ਹੈ ਕਾਇਮ ਰਹਿਣੀ ਚਾਹੀਦੀ ਹੈ। ਸਿਰ ਵੀ ਲੱਗ ਜਾਣ ਤੇ ਤਾਂ ਵੀ ਕੁਝ ਨਹੀਂ, ਕਿਉਂਕਿ ਗੁਰੂ ਦੀ ਜਿਹੜਾ ਗੁਰੂ ਦਾ ਪ੍ਰੇਮ ਹੈ ਇਹ ਸਿਰ ਦੇ ਬਦਲੇ ਵੀ ਮਿਲ ਜਾਵੇ ਬੜਾ ਸੌਖਾ ਹੈ। ਪ੍ਰੇਮ ਨਾ ਬਾੜੀ ਉਪਜਤਾ, ਪ੍ਰੇਮ ਨਾ ਹਾਟ ਬਕਾਏ, ਰਾਣਾ ਰਾਜਾ ਜੋ ਚਾਹੇ ਸਿਰ ਦੀਜੈ ਪ੍ਰੇਮ ਲੈ ਜਾਏ। ਸਿਰ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਮਿਲਦੀ ਹੋਵੇ, ਇਹਦੋਂ ਪਰੇ ਹੋਰ ਕੀ ਚਾਹੀਦਾ। ਸਿੰਘਾਂ ਦੇ ਅੰਦਰ ਬੜਾ ਚਾਅ ਉਤਸ਼ਾਹ ਹੈ। ਜਦੋਂ ਮਾਝ ਰਾਗ ਦੇ ਅੰਦਰ ਪਾਵਨ ਗੁਰਬਾਣੀ ਆਈ, ਗ੍ਰੰਥੀ ਸਿੰਘ ਉੱਚੀ ਸੁਰ ਦੇ ਵਿੱਚ ਬਾਣੀ ਪੜ੍ਹ ਰਿਹਾ, ਬਾਕੀ ਸਿੰਘ ਦਰਬਾਰ ਸਾਹਿਬ ਦੇ ਅੰਦਰ ਬੈਠੇ ਬਾਣੀ ਸੁਣਦੇ ਨੇ, ਪਹਿਰੇ ਤੇ ਖੜੇ ਹਨ। ਤਾਂ ਬਾਹਰਲੇ ਪਾਸਿਓਂ ਜਿਹੜੇ ਦਰਵਾਜ਼ੇ ਬੰਦ ਕੀਤੇ ਸੀ, ਇਹਨਾਂ ਲੋਕਾਂ ਨੇ ਆ ਕਰਕੇ ਪ੍ਰਸ਼ਾਸਨ ਦੀ ਸ਼ਹਿ ਦੇ ਉੱਪਰ ਪ੍ਰਸ਼ਾਸਨ ਨੂੰ ਨਾਲ ਲਿਆ ਤੇ ਵੱਡੇ ਵੱਡੇ ਲੋਹੇ ਦੇ ਪੈਪ ਮਾਰ ਕਰਕੇ ਜਿਹੜੀਆਂ ਵਾਰੀਆਂ ਸੀ ਦਰਵਾਜ਼ੇ ਬੂਹੇ ਤੋੜ ਦਿੱਤੇ ਤੇ ਅੰਦਰ ਦਾਖਲ ਹੋਏ ਨੇ। ਲੰਗਰ ਵਾਲੇ ਪਾਸਿਓਂ ਫਿਰ ਗੋਲੀਆਂ ਦੀ ਵਿਛਾੜ ਕਰ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਉਹ ਪਾਵਨ ਪਵਿੱਤਰ ਅਸਥਾਨ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਸਿੱਧੀ ਆ ਕਰਕੇ ਗੋਲੀ ਗ੍ਰੰਥੀ ਸਿੰਘ ਦੇ ਸੀਨੇ ਵਿੱਚ ਵੱਜੀ ਹੈ। ਗੋਲੀ ਜਿਹੜੀ ਸੀਨੇ ਨੂੰ ਪਾੜ ਕਰਕੇ ਪਾਰ ਨਿਕਲ ਗਈ। ਨਾਲ ਹੀ ਉੱਚੀ ਸੁਰ ਵਿੱਚ ਬਾਣੀ ਪੜ੍ਹਦੇ ਗੁਰਸਿੱਖ ਨੇ ਆਪਣਾ ਜਿਹੜਾ ਸੀਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ। ਸਤਿਗੁਰੂ ਦੇ ਚਰਨਾਂ ਤੇ ਜਦੋਂ ਸੀਸ ਲੱਗਿਆ, ਨਾਲ ਹੀ ਪੰਜ ਭੌਤਿਕ ਸਰੀਰ ਸ਼ਾਂਤ ਹੋ ਗਿਆ। ਸ਼ਹਾਦਤ ਹੋਈ ਹੈ ਗੁਰੂ ਦੇ ਪਿਆਰੇ ਸਿੰਘ ਦੀ। ਸਤਿਗੁਰੂ ਦੀ ਤਾਬਿਆ ਵਿੱਚ ਬੈਠਿਆਂ ਗੋਲੀ ਜਦੋਂ ਲੱਗੀ ਹੈ, ਦੂਸਰੇ ਜਿਹੜੇ ਸਿੰਘ ਅੰਦਰ ਦਰਬਾਰ ਸਾਹਿਬ ਦੇ ਵਿੱਚ ਨੇੜੇ ਬੈਠੇ ਬਾਣੀ ਸੁਣ ਰਹੇ ਸੀ, ਉਹਨਾਂ ਨੇ ਬੜੀ ਫੁਰਤੀ ਵਰਤਦਿਆਂ ਜਿੱਥੇ ਪੰਗਤੀ ਛੱਡੀ ਸੀ ਉੱਥੋਂ ਆ ਕਰਕੇ ਪੰਗਤੀ ਪਕੜ ਲਈ ਤੇ ਅਖੰਡ ਪਾਠ ਸਾਹਿਬ ਅੱਗੇ ਨਿਰੰਤਰ ਜਿਹੜਾ ਜਾਰੀ ਆਰੰਭ ਕਰ ਦਿੱਤਾ। ਦੂਸਰੀ ਗੋਲੀ ਆ ਕਰਕੇ ਦੂਸਰੇ ਸਿੰਘ ਦੇ ਗ੍ਰੰਥੀ ਸਿੰਘ ਦੇ ਸੀਨੇ ਵਿੱਚ ਵੱਜੀ ਹੈ। ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸਦਾ ਦੀ ਨੀਂਦ ਸੌਂ ਗਏ। 10-15 ਕੁ ਮਿੰਟ ਦੇ ਅੰਦਰ ਇੰਨੀ ਗੋਲੀਆਂ ਦੀ ਵਿਛਾੜ ਕੀਤੀ ਕਿ 11 ਸਿੰਘ ਸਤਿਗੁਰੂ ਪਾਤਸ਼ਾਹ ਦੇ ਲਾਡਲੀਆਂ ਫੌਜਾਂ ਦਰਬਾਰ ਸਾਹਿਬ ਦੇ ਅੰਦਰ ਹੀ ਸ਼ਹਾਦਤ ਦਾ ਜਾਮ ਪੀ ਗਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਦੇਹੀ ਨੂੰ ਆ ਕਰਕੇ ਗੋਲੀ ਲੱਗੀ। ਸਤਿਗੁਰੂ ਦਾ ਸਰੂਪ ਜ਼ਖਮੀ ਹੋਇਆ। ਉਸ ਵੇਲੇ ਜਿਹੜੇ ਸਤਿਗੁਰਾਂ ਦੇ ਰੁਮਾਲੇ ਸਨ, ਦਰੀਆਂ ਸੀ, ਚਾਦਰਾਂ ਵਿਛੀਆਂ ਸੀ, ਇਹ ਸਾਰੀਆਂ ਖੂਨ ਦੇ ਨਾਲ ਲੇਥੂ ਪੇਥੂ ਹੋ ਗਈਆਂ। ਉੱਪਰ ਚੰਦੋਏ ਦੇ ਵਿੱਚ ਵੀ ਜਾ ਕਰਕੇ ਖੂਨ ਦੀਆਂ ਛਿੱਟਾਂ ਲੱਗੀਆਂ ਨੇ। ਸਤਿਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਜਿਹੜਾ ਸਰੂਪ ਸੀ ਜ਼ਖਮੀ ਹੋਇਆ। ਉਸ ਵੇਲੇ ਅਤੀ ਸਤਿਕਾਰਯੋਗ ਮੌਜੂਦਾ ਮਹਾਂਪੁਰਖ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਸਟੇਜ ਉੱਪਰ ਸੁਭਾਏਮਾਨ ਹਨ, ਇਹਨਾਂ ਦੇ ਵੀ ਉਸ ਵੇਲੇ ਆ ਕਰਕੇ ਤਨ ਦੇ ਵਿੱਚ ਜਿਹੜੀਆਂ ਗੋਲੀਆਂ, ਹੱਥਾਂ ਦੇ ਵਿੱਚ ਹੀ ਗੋਲੀਆਂ ਪਾਰ ਹੋਈਆਂ, ਡੋਲਿਆਂ ਦੇ ਵਿੱਚ ਗੋਲੀਆਂ ਵੱਜੀਆਂ, ਲੱਤਾਂ ਦੇ ਵਿੱਚ ਗੋਲੀਆਂ ਜਰਬਾਣਿਆਂ ਨੇ ਮਾਰੀਆਂ, ਇਹ ਵੀ ਧਰਤੀ ਦੇ ਉੱਤੇ ਡਿੱਗ ਪਏ।
ਇਹਨਾਂ ਮਹਾਂਪੁਰਖਾਂ ਦੇ ਨਾਲ ਮਾਸਟਰ ਅਜੀਤ ਸਿੰਘ ਜੀ, ਉਹਨਾਂ ਦੇ ਬਹੁਤ ਸਾਰੀਆਂ ਗੋਲੀਆਂ ਲੱਗੀਆਂ। ਬਾਬਾ ਗੁਰਬਚਨ ਸਿੰਘ ਜੀ, ਇਹ ਤਿੰਨ ਜਿਹੜੇ ਸਰੀਰ ਸਨ ਉਸ ਵੇਲੇ ਬਹੁਤ ਜ਼ਿਆਦਾ ਗਹਿਰੇ ਫੱਟੜ ਹੋਏ, ਹੋਸ਼ ਜਿਹੜੀ ਸੀ ਗਵਾਚ ਚੁੱਕੀ ਸੀ। ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਉਸ ਪ੍ਰਸ਼ਾਸਨ ਨੇ ਆ ਕਰਕੇ ਸਾਂਭਣ ਦੀਆਂ ਕੋਸ਼ਿਸ਼ਾਂ ਕੀਤੀਆਂ, ਤਾਂ ਸੰਤ ਬਾਬਾ ਨਿਹਾਲ ਸਿੰਘ ਜੀ, ਇਹਨਾਂ ਮਹਾਂਪੁਰਖਾਂ ਨੂੰ ਸਤਿਗੁਰਾਂ ਨੇ ਕੁਝ ਚੇਤਨਤਾ ਬਖਸ਼ੀ। ਨੇਤਰਾਂ ਦੀਆਂ ਪਲਕਾਂ ਝਮਕਦੇ ਸਨ, ਸਾਰਾ ਕੁਝ ਅੱਖਾਂ ਨਾਲ ਇਹਨਾਂ ਨੇ ਅੰਦਰ ਦਰਬਾਰ ਸਾਹਿਬ ਵਿੱਚ ਡਿੱਗਿਆ ਪਿਆ ਵੇਖਿਆ ਕਿ ਕਿਵੇਂ ਜਰਵਾਣਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਪੇਟ ਲਿਆ ਚਾਦਰਾਂ ਦੇ ਵਿੱਚ। ਦਰੀਆਂ ਗਲੀਚੇ ਸਾਰੇ ਇਕੱਠੇ ਕਰ ਲਏ, ਫਰਸ਼ਾਂ ਨੂੰ ਧੋਣ ਲੱਗ ਪਏ, ਚੰਦੋਏ ਲਾ ਕਰਕੇ ਉੱਪਰੋਂ ਬਦਲੀ ਕਰ ਦਿੱਤੇ, ਨਵੀਆਂ ਚਾਦਰਾਂ ਵਿਛਾ ਕੇ ਨਵਾਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ, ਤਾਂ ਕਿ ਸਾਕੇ ਦਾ ਸੰਗਤਾਂ ਨੂੰ ਕਿਸੇ ਨੂੰ ਪਤਾ ਨਾ ਲੱਗ ਸਕੇ। ਜਦੋਂ 11 ਸਿੰਘਾਂ ਨੂੰ ਅੰਦਰੋਂ ਖਿੱਚਾ ਧੂਹੀ ਕਰਕੇ ਉਹਨਾਂ ਨੇ ਲਾਸ਼ਾਂ ਸਰੀਰਾਂ ਨੂੰ ਬਾਹਰ ਕੱਢਿਆ, ਬਾਹਰ ਟਰੱਕ ਦੇ ਵਿੱਚ, ਗੱਡੀ ਦੇ ਵਿੱਚ ਉਹਨਾਂ ਦੇ ਸਰੀਰ ਸੁੱਟੇ ਗਏ। ਇਹ ਤਿੰਨ ਸਰੀਰ ਸੰਤ ਬਾਬਾ ਨਿਹਾਲ ਸਿੰਘ ਜੀ, ਮਾਸਟਰ ਅਜੀਤ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਇਹਨਾਂ ਦੇ ਸਰੀਰਾਂ ਦੇ ਅੰਦਰ ਚੇਤਨ ਕਲਾ ਸੀ, ਸਵਾਸ ਨਹੀਂ ਨਿਕਲੇ ਸਨ। ਤਾਂ ਫਿਰ ਉਸ ਵੇਲੇ ਸਰੀਆਂ ਦੀਆਂ, ਰਾੜਾਂ ਦੀਆਂ ਇਹਨਾਂ ਦੇ ਉੱਤੇ ਮਾਰਾਂ ਕਰਕੇ ਹੱਡੀਆਂ ਵੀ ਤੋੜੀਆਂ ਗਈਆਂ। ਜਿੱਥੇ 11 ਸਿੰਘਾਂ ਦੇ ਸਰੀਰ ਟਰੱਕ ਵਿੱਚ ਸੁੱਟੇ ਸਨ, ਉਸੇ ਟਰੱਕ ਦੇ ਅੰਦਰ ਤਿੰਨ ਇਹ ਸਰੀਰਾਂ ਨੂੰ ਵੀ ਸੁੱਟ ਦਿੱਤਾ। ਸ਼ਾਇਦ ਉਹ ਸੋਚਦੇ ਸਨ ਕਿ ਜਿਉਂਦੇ ਸਰੀਰਾਂ ਨੂੰ ਹੀ ਸਾੜ ਕੇ ਖਤਮ ਕਰ ਦਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚ ਸੰਗਤ ਹਰ ਪ੍ਰਭ ਬਸੈ ਜੀਓ। ਸੰਗਤ ਦੇ ਅੰਦਰ ਸਤਿਗੁਰੂ ਆਪ ਵਸਦੇ ਨੇ। ਤੇ ਜਦੋਂ ਟਰੱਕ ਦੇ ਵਿੱਚ ਇਹ ਸਰੀਰਾਂ ਨੂੰ ਲੈ ਕੇ ਜਾ ਰਹੇ ਸਨ, ਤਾਂ ਉਸ ਵੇਲੇ ਸੰਗਤਾਂ ਕੋਠਿਆਂ ਤੇ ਚੜ੍ਹ ਕਰਕੇ ਦਰਸ਼ਨ ਕਰ ਰਹੀਆਂ ਨੇ। ਕੁਝ ਗੁਰੂ ਦਿਆਂ ਸਿੱਖਾਂ ਨੇ ਵੇਖਿਆ ਵੀ ਤਿੰਨ ਸਰੀਰ ਵਿੱਚ ਹਿਲ ਜੁਲ ਕਰਦੇ ਨੇ, ਕੁਝ ਇਹਨਾਂ ਦੇ ਅੰਗ ਹਿਲਦੇ ਨੇ, ਇਹ ਜਿਉਂਦੇ ਨੇ। ਸ਼ਾਇਦ ਇਹਨਾਂ ਪ੍ਰਸ਼ਾਸਨ ਵਾਲਿਆਂ ਨੇ ਜਾ ਕੇ ਇਹਨਾਂ ਜਿਉਂਦਿਆਂ ਨੂੰ ਸਾੜ ਦੇਣਾ, ਤੇ ਸੰਗਤਾਂ ਨੇ ਗੱਡੀਆਂ ਰੋਕ ਲਈਆਂ। ਟਰੱਕਾਂ ਦੇ ਅੱਗੇ, ਗੱਡੀਆਂ ਦੇ ਅੱਗੇ ਸੰਗਤਾਂ ਜਦੋਂ ਬੈਠੀਆਂ ਤੇ ਫਿਰ ਗੱਡੀਆਂ ਰੋਕੀਆਂ, ਤੇ ਜਦੋਂ ਵੇਖਿਆ ਗਿਆ ਇਹ ਤਿੰਨ ਸਰੀਰ ਫਿਰ ਸੰਗਤਾਂ ਨੇ ਟਰੱਕਾਂ ਦੇ ਵਿੱਚੋਂ ਲਾਹ ਲਏ। ਫਿਰ ਹਸਪਤਾਲ ਦੇ ਵਿੱਚ ਸਰੀਰਾਂ ਨੂੰ ਦਾਖਲ ਕਰਵਾਇਆ ਗਿਆ, ਤੇ ਬਾਕੀ ਜਿਹੜੇ 11 ਸਿੰਘਾਂ ਦੇ ਸਰੀਰ ਸਨ, ਸਤਿਗੁਰੂ ਪਾਤਸ਼ਾਹ ਦੇ ਐਸੇ ਜਿਹੜੇ ਰੁਮਾਲੇ, ਚੰਦੋਆ ਸਾਹਿਬ, ਚਾਦਰਾਂ, ਗਲੀਚੇ, ਦਰੀਆਂ, ਇਹ ਸਾਰਾ ਕੁਝ ਇਕੱਠਾ ਕਰਕੇ ਜੰਗਲ ਦੇ ਵਿੱਚ ਜਾ ਕਰਕੇ ਉਹਨਾਂ ਨੇ ਜਿੱਥੇ ਸਿੰਘਾਂ ਦੇ ਸਰੀਰਾਂ ਨੂੰ ਅਗਨੀ ਭੇਟ ਕੀਤਾ, ਤੇ ਨਾਲ ਹੀ ਇਹ ਸਭ ਕੁਝ ਉੱਥੇ ਅਗਨ ਭੇਟ ਕਰ ਦਿੱਤਾ। ਫਿਰ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਉਹ ਜਗ੍ਹਾ ਦੀ ਧਰਤੀ ਵੀ ਪੁੱਟੀ ਉਹਨਾਂ ਨੇ, ਨਵੀਂ ਮਿੱਟੀ ਪਾ ਕੇ ਉੱਤੇ ਕੱਖਾਂ ਦੇ ਢੇਰ ਲਾ ਦਿੱਤੇ, ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਵੀ ਐਡਾ ਸਾਕਾ ਵਰਤ ਗਿਆ। ਇੱਧਰ ਦੂਸਰੇ ਪਾਸੇ ਜਦੋਂ ਇਹਨਾਂ ਤਿੰਨਾਂ ਸਰੀਰਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਪ੍ਰਸ਼ਾਸਨ ਦੇ ਹੁਕਮ ਤੋਂ ਬਿਨਾਂ ਉੱਥੇ ਜਿਹੜੇ ਸਿਵਲ ਸਰਜਨ ਸਨ ਉਹ ਵੀ ਹੱਥ ਨਹੀਂ ਪਾਉਂਦੇ ਸਨ, ਕੋਈ ਇਲਾਜ ਨਾ ਕੀਤਾ ਗਿਆ। ਫਿਰ ਸੰਗਤਾਂ ਨੇ ਉੱਥੇ ਸਾਧ ਸੰਗਤ ਬੜਾ ਵੀਰ ਰਸ ਵਿਖਾਇਆ, ਸੰਗਤਾਂ ਇਕੱਠੀਆਂ ਹੋਣ ਲੱਗ ਪਈਆਂ। ਫਿਰ ਇਹਨਾਂ ਮਹਾਂਪੁਰਖਾਂ ਦਾ ਸਰੀਰ, ਮਾਸਟਰ ਅਜੀਤ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਦੇ ਸਰੀਰ ਦਾ ਇਲਾਜ ਸ਼ੁਰੂ ਕੀਤਾ। ਸਰੀਰ ਦੇ ਵਿੱਚ ਜਿਹੜੀਆਂ ਗੋਲੀਆਂ ਖੁੱਭੀਆਂ ਹੋਈਆਂ ਸਨ, ਆਪਰੇਸ਼ਨ ਕਰਕੇ ਉਹ ਬਾਹਰ ਕੱਢੀਆਂ। ਸਰੀਰਾਂ ਨੂੰ ਕੁਝ ਰਾਹਤ ਮਿਲੀ, ਸੁਖ ਸ਼ਾਂਤੀ ਕੁਝ ਮਹਿਸੂਸ ਹੋਣ ਲੱਗੀ। ਬੜਾ ਲੰਬਾ ਸਮਾਂ ਮਹਾਂਪੁਰਖਾਂ ਨੂੰ ਉੱਥੇ ਹਸਪੀਟਲ ਦੇ ਅੰਦਰ ਰੱਖਿਆ ਗਿਆ। ਉਸ ਵੇਲੇ ਸਾਧ ਸੰਗਤ ਜੀ ਬੇਅੰਤ ਜਿਹੜੇ ਪ੍ਰਾਣੀ, ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਗਿਆ, ਅੱਗੇ ਤੋਂ ਅੱਗੇ ਸੁਨੇਹੇ ਮਿਲਦੇ ਗਏ। ਸੰਗਤਾਂ ਉੱਥੇ ਪਹੁੰਚਣੀਆਂ ਇਕੱਠੀਆਂ ਹੋ ਗਈਆਂ। ਐਕਸਚੇਂਜ ਜਿਹੜੀ ਸੀ ਉਸ ਵੇਲੇ ਉਹ ਵੀ ਬੰਦ ਕਰ ਦਿੱਤੀ ਗਈ। ਜਮਨਾ ਦੇ ਉੱਤੇ ਪੁਲ ਨਹੀਂ ਬਣਿਆ ਸੀ, ਬੇੜੀ ਰਾਹੀਂ ਪਾਰ ਹੋਇਆ ਜਾਂਦਾ। ਬੇੜੀ ਤੇ ਸਖਤ ਪਹਿਰੇ ਲਾ ਦਿੱਤੇ ਗਏ, ਕੋਈ ਓਪਰਾ ਬੰਦਾ ਪੌਂਟਾ ਸਾਹਿਬ ਦੀ ਧਰਤੀ ਤੇ ਨਾ ਪਹੁੰਚ ਸਕੇ। ਜਦੋਂ ਸੰਗਤਾਂ ਵਿੱਚ ਇਹ ਪਤਾ ਲੱਗਿਆ ਤੇ ਹਾਹਾਕਾਰ ਮਚ ਗਈ।
ਬੇਅੰਤ ਐਸੀਆਂ ਨਾਮ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਕਰਨੀ ਵਾਲੇ ਮਹਾਂਪੁਰਖ ਉਸ ਵੇਲੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਪਣੇ ਨਾਲ 5 ਸਿੰਘਾਂ ਦਾ ਜੱਥਾ ਲੈ ਕਰਕੇ ਇਹਨਾਂ ਮਹਾਂਪੁਰਖਾਂ ਦਾ ਹਾਲ ਚਾਲ ਪੁੱਛਣ ਵਾਸਤੇ ਹਸਪਤਾਲ ਵਿੱਚ ਪਹੁੰਚੇ। ਜਦੋਂ ਸਰੀਰ ਵੇਖੇ ਵੀ ਇੰਨੇ ਫੱਟ ਲੱਗੇ, ਇੰਨੇ ਜ਼ਖਮੀ ਹੋਏ ਨੇ, ਮਹਾਂਪੁਰਖ ਚਰਨਾਂ ਵੱਲ ਖੜ ਗਏ ਤੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਜਿਹੜੇ ਗੁਰ ਅਸਥਾਨਾਂ ਦੇ ਵਾਸਤੇ ਆਪਣੀਆਂ ਜਾਨਾਂ ਤਲੀ ਤੇ ਰੱਖ ਲੈਂਦੇ ਨੇ। ਅਰਦਾਸ ਕੀਤੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਂਪੁਰਖਾਂ ਦਾ ਹਾਲ ਚਾਲ ਪੁੱਛਿਆ। ਫਿਰ 2 ਸ੍ਰੀ ਅਖੰਡ ਪਾਠ ਸਾਹਿਬ ਸ਼ਹੀਦਾਂ ਦੀ ਯਾਦ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਿੰਘਾਂ ਤੋਂ ਕਰਵਾਏ। ਫਿਰ ਹੋਰ ਜਿੰਨੀਆਂ ਕੋਈ ਲੋਕਲ ਕਮੇਟੀਆਂ ਦੇ ਪ੍ਰਧਾਨ ਸਨ ਉਹ ਉੱਥੇ ਪੁੱਜਣ ਲੱਗੇ। ਸਭਾ ਸੁਸਾਇਟੀਆਂ ਵਾਲਿਆਂ ਨੂੰ ਜਿਵੇਂ ਜਿਵੇਂ ਪਤਾ ਚੱਲਦਾ ਗਿਆ, ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਹ ਦੋਵੇਂ ਹੀ ਸੰਤ ਬਾਬਾ ਫਤਿਹ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਸਨ, ਸੰਤ ਬਾਬਾ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਇਹ ਪਹੁੰਚੇ ਨੇ। ਫਿਰ ਰਾਬਤਾ ਕਾਇਮ ਕੀਤਾ ਉੱਥੋਂ ਦੇ ਮੁੱਖ ਮੰਤਰੀ ਦੇ ਨਾਲ। ਫਿਰ ਅੱਗੇ ਤੋਂ ਅੱਗੇ ਸੰਗਤਾਂ ਦਾ ਸਹਿਯੋਗ ਲੈ ਕਰਕੇ ਸਮੁੱਚੇ ਖਾਲਸਾ ਪੰਥ ਨੇ, ਸਾਧ ਸੰਗਤ ਜੀ, ਉੱਥੇ ਪਾਵਨ ਪਵਿੱਤਰ ਸਥਾਨਾਂ ਤੇ ਕੁਝ ਗੁਰਮਤੇ ਲਿਖੇ। 6 ਜਿਹੜੇ ਮਤੇ ਲਿਖੇ ਸਨ। ਫਿਰ ਲਾਲ ਬਹਾਦਰ ਸ਼ਾਸਤਰੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਨ। ਉਹਨਾਂ ਦੇ ਕੋਲ ਜਦੋਂ ਪਹੁੰਚ ਕੀਤੀ ਤੇ 6 ਦੇ 6 ਜਿਹੜੇ ਮਤੇ ਸੀ ਉਹਨਾਂ ਨੂੰ ਪ੍ਰਵਾਨਗੀ ਲਾਲ ਬਹਾਦਰ ਸ਼ਾਸਤਰੀ ਨੇ ਉਸ ਵੇਲੇ ਦੇ ਦਿੱਤੀ। ਤੇ ਉੱਥੇ ਫਿਰ ਜਿਹੜੀ 21 ਮੈਂਬਰੀ ਕਮੇਟੀ ਗੁਰਸਿੱਖ ਸੰਗਤਾਂ ਨੇ ਬਣਾਈ ਸੀ ਗੁਰ ਸਥਾਨਾਂ ਦਾ ਪ੍ਰਬੰਧ ਸੰਭਾਲਣ ਦੇ ਵਾਸਤੇ, ਤੇ ਇਹ ਫਿਰ ਮਤੇ ਪਾਸ ਕੀਤੇ ਗਏ ਕਿ ਜਿਹੜੀਆਂ ਚਾਬੀਆਂ ਨੇ ਗੁਰ ਸਥਾਨਾਂ ਦੀਆਂ, ਸਾਰਾ ਪ੍ਰਬੰਧ ਇਹ 21 ਮੈਂਬਰੀ ਕਮੇਟੀ ਨੂੰ ਸੌਂਪ ਦਿੱਤਾ ਜਾਵੇ। ਸੰਤ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖ, ਇਹਨਾਂ ਨੇ ਸ਼ਾਮ ਦੇ ਸੋਦਰ ਦਾ ਰਹਿਰਾਜ ਸਾਹਿਬ ਜੀ ਦੇ ਪਾਠ ਨੂੰ ਸੰਪੂਰਨ ਕੀਤਾ। ਅਰਦਾਸ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ। ਉਸ ਤੋਂ ਬਾਅਦ ਫਿਰ 21 ਮੈਂਬਰੀ ਕਮੇਟੀ ਨੂੰ ਸਾਰਾ ਉੱਥੋਂ ਦਾ ਪ੍ਰਬੰਧ, ਸਥਾਨ ਦੀਆਂ ਜਿਹੜੀਆਂ ਚਾਬੀਆਂ ਸਨ ਉਹਨਾਂ ਦੇ ਹਵਾਲੇ ਕਰ ਦਿੱਤੀਆਂ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪਾਕ ਅਸਥਾਨ ਪੌਂਟਾ ਸਾਹਿਬ ਜਿਹੜਾ ਸੀ, ਸਾਧ ਸੰਗਤ ਜੀ, ਗੁਰਸਿੱਖ ਸੰਗਤਾਂ ਦੇ ਉਹ ਹਿੱਸੇ ਆਇਆ।